ਅੱਜ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਰਿਗ ਵੈਦਿਕ ਕਾਲ ਦੇ ਲੋਕਾਂ ਦੀ ਰਾਜਨੀਤਿਕ ਅਵਸਥਾ। ਕਿਉਂਕਿ ਇਹ ਨੋਮੈਡਿਕ ਪੀਪਲ ਸੀਗੇ ਤੇ ਇਹਨਾਂ ਦਾ ਜਿਹੜਾ ਸਭ ਤੋਂ ਛੋਟਾ ਯੂਨਿਟ ਅਸੀਂ ਕੱਲ੍ਹ ਡਿਸਕਸ ਕੀਤਾ ਹੈ ਉਹ ਸੀਗਾ ਫੈਮਿਲੀ, ਜੁਆਇੰਟ ਫੈਮਿਲੀ, ਸੰਯੁਕਤ ਪਰਿਵਾਰ ਪ੍ਰਣਾਲੀ। ਲੇਕਿਨ ਜਦੋਂ ਅਸੀਂ ਪੋਲੀਟੀਕਲ ਢਾਂਚੇ ਦੇ ਵਿੱਚ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਯੂਨਿਟ ਅਸੀਂ ਦੇਖਦੇ ਹਾਂ ਉਹ ਹੈ ਗ੍ਰਾਮ, ਜਿਹਨੂੰ ਤੁਸੀਂ ਪਿੰਡ ਕਹਿ ਦਿੰਦੇ ਹੋ। ਔਰ ਉਸ ਗ੍ਰਾਮ ਦਾ ਜਿਹੜਾ ਮੁਖੀਆ ਹੁੰਦਾ ਸੀਗਾ ਉਸ ਨੂੰ ਕਹਿੰਦੇ ਸੀ ਗ੍ਰਾਮੀਣੀ। ਜਿੱਦਾਂ ਇੱਕ ਕੁੱਲ ਦੇ ਮੁਖੀਏ ਦੇ ਕੋਲੇ ਸਾਰੀਆਂ ਤਾਕਤਾਂ ਹੁੰਦੀਆਂ ਸਨ, ਉੱਦਾਂ ਹੀ ਉਹ ਸਾਰੀਆਂ ਤਾਕਤਾਂ ਗ੍ਰਾਮ ਦੇ ਮੁਖੀਏ ਦੇ ਕੋਲ ਹੁੰਦੀਆਂ ਸਨ, ਗ੍ਰਾਮੀਣੀ ਕੋਲੇ ਹੁੰਦੀਆਂ ਸਨ। ਔਰ ਕਈ ਪਿੰਡਾਂ ਨੂੰ ਮਿਲਾ ਕੇ, ਕਈ ਗ੍ਰਾਮਾਂ ਨੂੰ ਮਿਲਾ ਕੇ ਜਿਹੜਾ ਯੂਨਿਟ ਬਣਦਾ ਸੀ, ਜਿਹਨੂੰ ਤੁਸੀਂ ਕਈ ਵਾਰੀ ਅੱਜ ਕੱਲ੍ਹ ਤਹਿਸੀਲ ਕਹਿ ਦਿੰਦੇ ਹੋ, ਹਾਲਾਂਕਿ ਤਹਿਸੀਲ ਕਾਫੀ ਬੜੀ ਹੁੰਦੀ ਹੈ, ਉਸ ਨੂੰ ਉਸ ਵੇਲੇ ਕਿਹਾ ਜਾਂਦਾ ਸੀ ਵਿਸ਼, ਔਰ ਉਸ ਵਿਸ਼ ਦੇ ਮੁਖੀਆ ਨੂੰ ਕਿਹਾ ਜਾਂਦਾ ਸੀ ਵਿਸ਼ਪਤੀ। ਔਰ ਕਈ ਵਿਸ਼ ਨੂੰ ਮਿਲਾ ਕੇ ਜਿਹੜਾ ਯੂਨਿਟ ਬਣਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਜਨ, ਔਰ ਉਸ ਦਾ ਮੁਖੀਆ ਹੁੰਦਾ ਸੀ ਰਾਜਨ। ਔਰ ਜਿਹੜਾ ਰਾਜਨ ਸੀਗਾ ਉਹ ਸਾਰੀਆਂ ਪਾਵਰਸ ਨੂੰ ਜਿਹੜਾ ਹੈਗਾ ਉਹਦੇ ਕੋਲੇ ਹੁੰਦੀਆਂ ਸਨ, ਪਰ ਉਹਦੀਆਂ ਉਸ ਵੇਲੇ ਜਿਹੜੀਆਂ ਡਿਊਟੀ ਸੀਗੀਆਂ ਉਹ ਵੀ ਬੜੀਆਂ ਸਖਤ ਹੁੰਦੀਆਂ ਸਨ। ਔਰ ਉਹਦਾ ਮੁੱਖ ਕੰਮ ਸੀ ਆਪਣੇ ਲੋਕਾਂ ਦੀ ਦੇਖ ਭਲਾਈ ਦੇ ਲਈ ਕੰਮ ਕਰਨਾ, ਉਹਨਾਂ ਦੀ ਵੈਲਫੇਅਰ ਦਾ ਕੰਮ ਕਰਨਾ। ਔਰ ਇੱਥੋਂ ਤੱਕ ਉਸ ਨੂੰ ਕਸਮ ਚੱਕਣੀ ਪੈਂਦੀ ਸੀ ਕਿ ਜੇ ਮੈਂ ਆਪਣੇ ਲੋਕਾਂ ਦੀ ਦੇਖਭਾਲ ਨਹੀਂ ਕਰ ਸਕਿਆ ਤਾਂ ਮੇਰਾ ਸਾਰਾ ਖਾਨਦਾਨ ਜਿਹੜਾ ਹੈਗਾ ਉਹ ਨਸ਼ਟ ਹੋ ਜਾਏ। ਔਰ ਉਸ ਨੂੰ ਕਈ ਵਾਰੀ ਗੱਦੀ ਤੋਂ ਉਤਾਰ ਵੀ ਦਿੱਤਾ ਜਾਂਦਾ ਸੀਗਾ। ਯਾਨੀ ਰਾਜਾ ਹੁੰਦੇ ਹੋਏ ਵੀ ਡੈਮੋਕ੍ਰੈਟਿਕ ਪ੍ਰੋਸੈਸ ਬੜਾ ਮਜ਼ਬੂਤ ਸੀਗਾ। ਇਹ ਉਸ ਵੇਲੇ ਦੀ ਇੱਕ ਖਾਸੀਅਤ ਹੈ। ਇਹਨੂੰ ਅਸੀਂ ਅੱਗੇ ਵੀ ਦੇਖਾਂਗੇ, ਜਿਹੜੀਆਂ ਦੋ ਸਮਿਤੀਆਂ ਸੀਗੀਆਂ, ਸਭਾ ਤੇ ਸਮਿਤੀ, ਉਹਦਾ ਕੀ ਰੋਲ ਸੀਗਾ। ਉਸ ਤੋਂ ਬਾਅਦ ਦੂਸਰਾ ਜਿਹੜਾ ਰਾਜੇ ਦੀ ਸਹਾਇਤਾ ਦੇ ਲਈ ਕੁਝ ਮੰਤਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਸੀ। ਕਿਉਂਕਿ ਯੂਨਿਟ ਛੋਟੇ ਸਨ ਇਸ ਕਰਕੇ ਮੰਤਰੀਆਂ ਦੀ ਗਿਣਤੀ ਵੀ ਘੱਟ ਸੀ, ਲੇਕਿਨ ਅਲੱਗ-ਅਲੱਗ ਕੰਮਾਂ ਨੂੰ ਦੇਖਣ ਦੇ ਲਈ ਉਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ। ਜਿਹੜਾ ਸੈਕੰਡ ਮੋਸਟ ਪਾਵਰਫੁਲ ਮੰਤਰੀ ਸੀਗਾ ਉਹਨੂੰ ਕਿਹਾ ਜਾਂਦਾ ਸੀ ਪੁਰੋਹਿਤ, ਜੋ ਧਾਰਮਿਕ ਕੰਮਾਂ ਦੇ ਨਾਲ ਰਾਜਨੀਤਿਕ ਸੂਝ-ਬੂਝ ਦਾ ਵੀ ਪ੍ਰਤੀਕ ਹੁੰਦਾ ਸੀ ਔਰ ਰਾਜੇ ਨੂੰ ਹਰ ਕੰਮ ਦੇ ਵਿੱਚ ਸਲਾਹ ਵੀ ਦਿੰਦਾ ਸੀਗਾ। ਔਰ ਉਸ ਦੇ ਨਾਲ ਜਿਹੜਾ ਉਹਦੀ ਆਰਮੀ ਨੂੰ, ਉਸਦੀ ਸੈਨਾ ਨੂੰ ਜਿਹੜਾ ਲੜਾਈ ਦੇ ਤੌਰ ਤਰੀਕਿਆਂ ਨੂੰ ਸਮਝਣ ਦੇ ਲਈ ਜਿਸ ਵਿਅਕਤੀ ਦੀ ਲੋੜ ਸੀ ਉਹ ਸੀਗਾ ਸੈਨਾਨੀ, ਜਿਹਨੂੰ ਸੈਨਾਪਤੀ ਕਿਹਾ ਜਾਂਦਾ ਸੀ, ਜਿਹੜਾ ਆਰਮੀ ਦਾ ਯਾਨੀ ਮਿਲਟਰੀ ਦਾ ਮੰਤਰੀ ਹੁੰਦਾ ਸੀਗਾ। ਔਰ ਕਿਉਂਕਿ ਆਰਿਆਂ ਦੀਆਂ ਅਨਾਰਿਆਂ ਦੇ ਨਾਲ, ਜਿਨ੍ਹਾਂ ਨੂੰ ਦਾਸੂਆਂ ਵੀ ਕਿਹਾ ਜਾਂਦਾ ਹੈ, ਉਹਨਾਂ ਨਾਲ ਅਕਸਰ ਲੜਾਈਆਂ ਦਾ ਜ਼ਿਕਰ ਸਾਨੂੰ ਰਿਗਵੇਦ ਵਿੱਚ ਮਿਲਦਾ ਹੈ। ਅਤੇ ਉਸ ਸਾਰੀ ਰੂਪ ਰੇਖਾ ਬਣਾਉਣ ਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਸੈਨਾਪਤੀ ਦੀ ਹੁੰਦੀ ਸੀ, ਉਸ ਨੂੰ ਸੈਨਾਨੀ ਵੀ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ ਗ੍ਰਾਮੀਣੀ, ਜਿਹੜਾ ਇੱਕ ਗ੍ਰਾਮ ਦਾ ਮੁਖੀਆ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮੰਤਰੀ ਜਿਹੜਾ ਹੈ ਉਹ ਹੋਇਆ ਕਰਦਾ ਸੀਗਾ। ਔਰ ਉਹ ਸਾਰੇ ਇਹਨਾਂ ਕੰਮਾਂ ਨੂੰ ਵੀ ਦੇਖਦਾ ਸੀ। ਔਰ ਕਈ ਥਾਵਾਂ ਦੇ ਉੱਤੇ ਜਿਹੜੇ ਛੋਟੇ-ਛੋਟੇ ਕਬੀਲੇ ਬਣਾਏ ਜਾਂਦੇ ਸਨ, ਉਹਨਾਂ ਕਬੀਲਿਆਂ ਨੂੰ ਵੀ ਜਿਹੜਾ ਹੈਗਾ ਦੇਖਣ ਦਾ ਕੰਮ ਜਿਹੜੇ ਮੰਤਰੀ ਕਰਦੇ ਸਨ, ਉਹਨਾਂ ਨੂੰ ਅਸੀਂ ਦੁਰਗਾਪਤੀ ਜਾਂ ਦੁਰਗਪਤੀ ਵੀ ਅਸੀਂ ਨਾਮ ਦੇ ਦਿੰਦੇ ਹਾਂ। ਔਰ ਕਈ ਜਗ੍ਹਾ ਦੇ ਉੱਤੇ ਕਿਉਂਕਿ ਉਸ ਨੂੰ ਪੁਰ ਕਿਹਾ ਜਾਂਦਾ ਹੈ, ਇਸ ਕਰਕੇ ਉਹਦਾ ਨਾਮ ਪੁਰਪਤੀ ਵੀ ਕਿਹਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇੱਕ ਰਾਜੇ ਦੇ ਦੂਸਰੇ ਰਾਜਿਆਂ ਦੇ ਨਾਲ ਜੋ ਪੱਤਰ ਵਿਵਹਾਰ ਹੁੰਦੇ ਸੀਗੇ, ਉਸ ਤੋਂ ਬਾਅਦ ਕੋਈ ਗੱਲਬਾਤ ਲਈ ਬੰਦੇ ਭੇਜੇ ਜਾਂਦੇ ਸੀ, ਉਸ ਨੂੰ ਦੂਤ ਕਿਹਾ ਜਾਂਦਾ ਸੀਗਾ। ਔਰ ਜਿਹੜੇ ਕੁਝ ਗੁਪਤਚਰਾਂ ਦੀ ਵਿਵਸਥਾ ਵੀ ਸਾਨੂੰ ਉਸ ਸਮੇਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਨੂੰ ਸਪਸ਼ ਕਿਹਾ ਜਾਂਦਾ ਸੀਗਾ, ਉਹ ਸਾਰੀਆਂ ਸੂਚਨਾਵਾਂ ਰਾਜੇ ਨੂੰ ਡਾਇਰੈਕਟ ਦਿਆ ਕਰਦੇ ਸੀ। ਔਰ ਇਸ ਤੋਂ ਇਲਾਵਾ ਜਿਹੜੀ ਇੱਕ ਖਾਸੀਅਤ ਸਾਨੂੰ ਇਸ ਵੈਦਿਕ ਕਾਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਪਰਟੀਕੂਲਰਲੀ ਦਾ ਰਿਗ ਵੈਦਿਕ ਏਜ, ਉਹ ਹੈ ਕਿ ਉੱਥੇ ਦੋ ਪ੍ਰੋਸੈਸ ਨਾਲ ਦੀ ਨਾਲ ਚੱਲਦੇ ਨੇ। ਡੈਮੋਕ੍ਰੈਟਿਕ ਪ੍ਰੋਸੈਸ ਨੇ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਹੈ ਕਿ ਦੋ ਬੋਡੀਜ਼ ਨੇ, ਦੋ ਕੌਂਸਲਸ ਨੇ, ਇੱਕ ਦਾ ਨਾਮ ਹੈ ਸਭਾ ਅਤੇ ਇੱਕ ਦਾ ਨਾਮ ਹੈ ਸਮਿਤੀ। ਹਾਲਾਂਕਿ ਉਹਨਾਂ ਦੀ ਟਰਮੀਨੋਲੋਜੀ ਨੂੰ ਲੈ ਕੇ, ਉਹਨਾਂ ਦੀ ਨੋਮਨਕਲੇਚਰ ਨੂੰ ਲੈ ਕੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਨੇ। ਜਿਵੇਂ ਜਿਹੜਾ A.B. ਕੀਥ ਹੈ ਉਹ ਕਹਿੰਦਾ ਸੀ ਵੀ ਜਿਹੜਾ ਸਮਿਤੀ ਹੈਗੀ ਹੈ ਉਹ ਕਬੀਲੇ ਦੀ ਪਰਿਸ਼ਦ ਹੁੰਦੀ ਸੀ ਅਤੇ ਸਭਾ ਸਿਰਫ ਉਸ ਥਾਂ ਦਾ ਨਾਂ ਹੁੰਦਾ ਸੀਗਾ ਜਿੱਥੇ ਉਹ ਪਰਿਸ਼ਦ ਬੈਠ ਕੇ ਆਪਣੀ ਮੀਟਿੰਗ ਕਰਦੀ ਸੀ। ਪਰ ਜਿਹੜਾ ਇੱਕ ਹੋਰ ਇਤਿਹਾਸਕਾਰ ਹੈ ਜ਼ਿਮਰ, ਉਹ ਇਹਦੇ ਨਾਲ ਸਹਿਮਤ ਨਹੀਂ ਹੁੰਦਾ। ਉਹ ਕਹਿੰਦਾ ਸੀ ਕਿ ਸਭਾ ਇੱਕ ਪਿੰਡ ਦੇ ਲੋਕਾਂ ਦਾ ਇੱਕ ਛੋਟਾ ਜਿਹਾ ਇਕੱਠ ਸੀ, ਪਰ ਜਿਹੜੀ ਸਮਿਤੀ ਸੀ ਉਹਦੇ ਵਿੱਚ ਰਾਜ ਦੇ ਸਾਰੇ ਮੈਂਬਰ ਹਿੱਸਾ ਲੈਂਦੇ ਸਨ। ਉਸਨੇ ਸਭਾ ਨੂੰ ਪਰਿਸ਼ਦ ਅਤੇ ਸਮਿਤੀ ਨੂੰ ਵੱਡੀ ਪਰਿਸ਼ਦ ਦਾ ਨਾਂ ਜਿਹੜਾ ਹੈਗਾ ਉਹ ਦਿੱਤਾ ਹੈਗਾ। ਤੋ ਇਸ ਤਰੀਕੇ ਦੇ ਨਾਲ, ਹਾਲਾਂਕਿ ਇਤਿਹਾਸਕਾਰਾਂ ਦੇ ਇਸ ਸੰਬੰਧ 'ਚ ਅਲੱਗ-ਅਲੱਗ ਵਿਚਾਰ ਨੇ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਇਹ ਦੋ ਪ੍ਰੋਸੈਸਿਸ ਉੱਥੇ ਚੱਲਦੇ ਨੇ। ਔਰ ਜਿਹਨੂੰ ਆਮ ਤੌਰ ਦੇ ਉੱਤੇ ਅਸੀਂ ਕੋਈ ਇਸ ਦੇ ਉੱਤੇ ਸਹਿਮਤੀ ਬਣਾ ਕੇ ਚੱਲਦੇ ਹਾਂ ਕਿ ਇਹਦਾ ਕੀ ਮਤਲਬ ਹੋ ਸਕਦਾ ਹੈ, ਤਾਂ ਉਹ ਅਸੀਂ ਕੀ ਦੇਖਦੇ ਹਾਂ ਕਿ ਜਿਹੜੀ ਸਭਾ ਹੈ ਉਹ ਪਹਿਲਾਂ ਇੱਕ ਪਿੰਡ ਦੀ ਸਭਾ ਹੁੰਦੀ ਸੀ ਜੋ ਰਾਜਨੀਤਿਕ ਅਤੇ ਸਮਾਜਿਕ ਦੋਨੋਂ ਕੰਮਾਂ ਨੂੰ ਕਰਦੀ ਸੀ, ਅਤੇ ਰਾਜੇ ਦੀ ਕੌਂਸਲ ਬਣ ਗਈ, ਬਾਅਦ ਦੇ ਵਿੱਚ ਉਹ ਸਲਾਹਕਾਰ ਬਣ ਗਈ। ਔਰ ਜਦੋਂ ਤੱਕ ਇਹ ਦੋਨੋਂ ਸੰਸਥਾਵਾਂ ਠੀਕ ਕੰਮ ਕਰਦੇ ਰਹੀਆਂ, ਰਾਜੇ
ਆਪਣੇ ਆਪ ਤੋਂ ਬਾਹਰ ਨਹੀਂ ਸੀ ਜਾਂਦੇ, ਯਾਨੀ ਉਹ ਲੋਕ ਭਲਾਈ ਦੇ ਕੰਮ ਤੱਕ ਰਹਿੰਦੇ ਸੀਗੇ। ਕਿਉਂਕਿ ਲੁਡਵਿਗ ਕਹਿੰਦਾ ਹੈਗਾ ਕਿ ਜਿਹੜੀ ਸਮਿਤੀ ਹੈਗੀ ਹੈ ਉਹ ਕਬੀਲਿਆਂ ਨਾਲ ਸੰਬੰਧ ਰੱਖਣ ਵਾਲੀ ਸੰਸਥਾ ਸੀ, ਅਤੇ ਸਭਾ ਕੇਵਲ ਕਬੀਲੇ ਦੇ ਯੋਗ ਉਮੀਦਵਾਰ, ਯੋਗ ਆਦਮੀ ਅਤੇ ਬਜ਼ੁਰਗਾਂ ਦੀ ਇਕੱਤਰਤਾ ਸੀ, ਯਾਨੀ ਜਿਹੜੇ ਬਿਲਕੁਲ ਪ੍ਰੋਪਰ ਐਡਵਾਈਸ ਰਾਜੇ ਨੂੰ ਦੇ ਸਕਦੇ ਸਨ। ਅਤੇ ਸਭਾ ਵੈਦਿਕ ਕਾਲ ਦੀ ਇੱਕ ਬਹੁਤ ਇੰਪੋਰਟੈਂਟ ਅਸੀਂ ਇਹਨੂੰ ਸਭਾ ਮੰਨਦੇ ਹਾਂ, ਕਿਉਂਕਿ ਜਿਹੜੇ ਸਭਾਸਦ ਯਾਨੀ ਜਿਹੜੇ ਉਹਦੇ ਮੈਂਬਰ ਹੁੰਦੇ ਸੀਗੇ ਉਹ ਲੋਕਾਂ ਵਿੱਚੋਂ ਆਉਂਦੇ ਸੀਗੇ। ਉਹਨਾਂ ਦਾ ਇੱਕ ਪ੍ਰਧਾਨ ਹੁੰਦਾ ਸੀ, ਔਰ ਕਿਉਂਕਿ ਲੋਕਾਂ ਵਿੱਚੋਂ ਆਉਂਦੇ ਸੀ ਤਾਂ ਉਸ ਪ੍ਰਧਾਨ ਦੀ ਗੱਲ ਈਵਨ ਰਾਜੇ ਨੂੰ ਵੀ ਮੰਨਣੀ ਪੈਂਦੀ ਸੀ। ਉਹ ਰਾਜਨੀਤਿਕ ਕੰਮਾਂ 'ਚ ਨਹੀਂ, ਈਵਨ ਬਾਕੀ ਕੰਮਾਂ ਦੇ ਵਿੱਚ ਵੀ ਉਹ ਰਾਜੇ ਨੂੰ ਐਡਵਾਈਸ ਕਰਦੀਆਂ ਸਨ। ਤਾਂ ਯਾਨੀ ਕਹਿਣ ਦਾ ਮਤਲਬ ਲੋਕਾਂ ਦੇ ਵਿਚਾਰਾਂ ਨੂੰ ਰਾਜੇ ਤੱਕ ਪਹੁੰਚਾਉਣਾ, ਕਨਵੇ ਕਰਨਾ ਔਰ ਰਾਜੇ ਨੂੰ ਉਸ ਦਾ ਮੰਨਣਾ, ਇਹ ਇੱਕ ਬੜਾ ਵੱਡਾ ਡੈਮੋਕ੍ਰੈਟਿਕ ਪ੍ਰੋਸੈਸ ਵੀ ਉਸ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਤਾਂ ਇਸੇ ਤਰੀਕੇ ਦਾ ਜਿਹੜੀ ਸਮਿਤੀ ਹੈ ਉਹ ਰਾਜਨੀਤਿਕ ਤੇ ਹੋਰ ਵੀ ਕੰਮ ਕਰਦੀ ਸੀਗੀ, ਔਰ ਰਾਜੇ ਨੂੰ ਸਮਿਤੀ ਦੇ ਜਿਹੜਾ ਹੈਗਾ ਸਲਾਹ ਮੰਨਣੀ ਪੈਂਦੀ ਸੀਗੀ, ਔਰ ਉਸ ਦੇ ਉੱਤੇ ਬਹੁਤ ਜ਼ਰੂਰੀ ਸੀਗਾ ਉਹਦੇ ਲਈ ਸੀਗਾ ਸਮਿਤੀ ਬਾਰੇ ਰਾਜੇ ਨੂੰ ਮਤਲਬ ਕਿ ਇੰਨੀ ਕੁ ਪਾਵਰ ਸੀਗੀ ਕਿ ਉਹ ਈਵਨ ਰਾਜੇ ਨੂੰ ਤਖਤ ਤੋਂ ਉਤਾਰ ਵੀ ਸਕਦੀ ਸੀਗੀ। ਤਾਂ ਰਾਜ ਪ੍ਰਾਪਤ ਕਰਨ ਲਈ ਸਮਿਤੀ ਦਾ ਸਹਿਯੋਗ ਜ਼ਰੂਰੀ ਹੋ ਜਾਂਦਾ ਸੀਗਾ। ਯਾਨੀ ਤੁਸੀਂ ਕੁੱਲ ਮਿਲਾ ਕੇ ਇਹਨੂੰ ਇੱਦਾਂ ਸਮਝ ਸਕਦੇ ਹੋ ਕਿ ਇੱਕ ਐਡਵਾਈਜ਼ਰੀ ਬੋਡੀ ਸੀਗੀ ਜਿਹੜੀ ਰਾਜੇ ਨੂੰ ਸਲਾਹ ਦਿੰਦੀ ਸੀ, ਜਿਹਦੇ 'ਚ ਬਹੁਤ ਸੂਝਵਾਨ ਬਜ਼ੁਰਗ ਲੋਕ ਸ਼ਾਮਲ ਸਨ, ਐਕਸਪੀਰੀਅੰਸ ਲੋਕ ਸ਼ਾਮਲ ਸਨ। ਇੱਕ ਲੋਕਾਂ ਦੀ ਇੱਕ ਪੂਰੀ ਸਮਿਤੀ ਬਣਦੀ ਸੀ ਜਿਹਦੇ ਵਿੱਚ ਸਾਰੇ ਲੋਕ ਜਿਹੜੇ ਸੀ ਉਹ ਆਪਣੀ ਗੱਲ ਕਹਿ ਸਕਦੇ ਸੀ। ਸਮਿਤੀ ਨੂੰ ਜਨਤਾ ਦਾ ਰਾਸ਼ਟਰੀ ਸੰਗਠਨ ਵੀ ਸ਼ਬਦਾਵਲੀ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਪ੍ਰਬੰਧ ਉੱਥੇ ਚੱਲਦਾ ਸੀਗਾ, ਔਰ ਕਿਉਂਕਿ ਗ੍ਰਾਮਨੀ ਬਹੁਤ ਪਾਵਰਫੁਲ ਸੀ, ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਉੱਥੋਂ ਦਾ ਪ੍ਰੋਸੈਸ ਹੈਗਾ ਉਹ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਸੀ। ਔਰ ਕਿਉਂਕਿ ਜਦੋਂ ਲੋਕਲ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ ਤਾਂ ਅਸੀਂ ਕੀ ਦੇਖਦੇ ਹਾਂ ਕਿ ਨੈਚੁਰਲ ਵੇ ਦੇ ਵਿੱਚ ਕਿ ਜਿਹੜੀ ਨਿਆਂ ਵਿਵਸਥਾ ਹੈ ਉਹ ਮਜ਼ਬੂਤ ਹੋ ਜਾਂਦੀ ਹੈ, ਕਿਉਂਕਿ ਲੋਕਾਂ ਨੂੰ ਇਨਸਾਫ ਬੜੀ ਛੇਤੀ ਔਰ ਸਥਾਨਿਕ ਤੌਰ ਦੇ ਉੱਤੇ ਮਿਲ ਜਾਂਦਾ ਹੈ, ਜਿਹਦੇ ਨਾਲ ਅਪਰਾਧਾਂ ਦੇ ਵਿੱਚ ਹਮੇਸ਼ਾ ਹੀ ਕਮੀ ਆਉਂਦੀ ਹੈ। ਤਾਂ ਇਸ ਤਰੀਕੇ ਦੇ ਨਾਲ ਰਾਜਨੀਤਿਕ ਵਿਵਸਥਾ ਉਹਨਾਂ ਦੀ ਚੱਲਦੀ ਸੀ। ਔਰ ਹਥਿਆਰਾਂ ਦੇ ਤੌਰ ਦੇ ਉੱਤੇ ਜੋ ਪੁਰਾਣੇ ਹਥਿਆਰ ਸਨ, ਤਲਵਾਰ, ਤੀਰ ਕਮਾਨ, ਭਾਲੇ, ਕੁਲਾੜੀਆਂ, ਉਹਨਾਂ ਦਾ ਇਸਤੇਮਾਲ ਹੁੰਦਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਬਰੂਦ ਹੈ ਉਹ ਬੜੀ ਲੇਟਰ ਸਟੇਜਸ ਦੀਆਂ ਡਿਸਕਵਰੀਜ਼ ਨੇ, ਉਹ ਉਸ ਵੇਲੇ ਇਹਨਾਂ ਚੀਜ਼ਾਂ ਦਾ ਜ਼ਿਕਰ ਸਾਨੂੰ ਉਹਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਸੋ ਇਹ ਸਾਡਾ ਪਾਠ ਸੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਰਿਗ ਵੈਦਿਕ ਕਾਲ ਦੀ ਰਾਜਨੀਤਿਕ ਵਿਵਸਥਾ। ਤਾਂ ਹੁਣ ਅਸੀਂ ਦੇਖਣ ਦੀ ਕੋਸ਼ਿਸ਼ ਕਰਨੇ ਹਾਂ ਕਿ ਉਸ ਤੋਂ ਬਾਅਦ ਜਦੋਂ ਲੇਟਰ ਵੈਦਿਕ ਏਜ ਸਟਾਰਟ ਹੁੰਦਾ, ਜਦੋਂ ਬਾਕੀ ਦੇ ਵੇਦ ਰਚੇ ਜਾਂਦੇ ਆ, ਤਾਂ ਉਸ ਵਿਵਸਥਾ ਦੇ ਵਿੱਚ ਸਾਨੂੰ ਕੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਨੇ, ਉਹਨੂੰ ਹੁਣ ਅਸੀਂ ਦੇਖਣ ਦਾ ਪ੍ਰਯਾਸ ਕਰਾਂਗੇ।